ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਆਪ ਸਭ ਨੂੰ ਬਰਕਤ ਦੇ। ਆਓ ਅਸੀਂ ਅੱਜ ਆਪਣੇ ਵਿਸ਼ੇ ਨੂੰ ਅੱਗੇ ਵਧਾਵਾਂਗੇ। ਅਸੀਂ ਦੇਖ ਰਹੇ ਹਾਂ ਪਰਮੇਸ਼ਰ ਦੇ ਬਾਰੇ। ਅੱਜ ਅਸੀਂ ਦੇਖਾਂਗੇ ਪਰਮੇਸ਼ਰ ਜਿਹੜਾ ਹੈ ਉਹ ਸਰਬ ਗਿਆਨੀ ਪਰਮੇਸ਼ਰ ਹੈ। ਆਓ ਇਸ ਉੱਤੇ ਵਿਚਾਰ ਕਰਾਂਗੇ। ਸਰਬ ਗਿਆਨੀ ਹੋਣ ਤੋਂ ਕੀ ਭਾਵ ਹੈ? ਉਹ ਜਿਸ ਨੂੰ ਸਭ ਕੁਝ ਪਤਾ ਹੋਵੇ। ਪਰਮੇਸ਼ਰ ਦੀ ਸਰਬ ਵਿਆਪਤਾ ਦਾ ਨਿਚੋੜ ਉਸ ਦੇ ਸਰਬ ਗਿਆਨੀ ਹੋਣ ਦੇ ਨਾਲ ਹੈ। ਪ੍ਰਿਯੋ, ਜਦੋਂ ਅਸੀਂ ਪਿਛਲੀ ਵਾਰ ਜਾਣਿਆ ਸੀ ਕਿ ਪਰਮੇਸ਼ਰ ਸਰਬ ਵਿਆਪੀ ਹੈ, ਯਾਨੀ ਹਰ ਜਗ੍ਹਾ ਤੇ ਮੌਜੂਦ ਹੈ, ਤੇ ਉਹਦਾ ਜਿਹੜਾ ਨਿਚੋੜ ਅਸੀਂ ਕੱਢਦੇ ਹਾਂ ਤੇ ਉੱਥੋਂ ਸਾਨੂੰ ਇਹ ਪਤਾ ਲੱਗਦਾ ਕਿ ਉਸ ਨੂੰ ਜੇ ਉਹ ਹਰ ਜਗ੍ਹਾ ਤੇ ਹੈ ਤੇ ਉਸ ਨੂੰ ਹਰ ਜਗ੍ਹਾ ਦੇ ਹੋਣ ਦੇ ਕਾਰਨ ਉਸ ਨੂੰ ਗਿਆਨ ਵੀ ਹੋਣਾ ਜ਼ਰੂਰੀ ਹੈ। ਸੋ ਇਸੇ ਨੂੰ ਹੀ ਅਸੀਂ ਕਹਿੰਦੇ ਹਾਂ ਸਰਬ ਗਿਆਨੀ ਪਰਮੇਸ਼ਰ। ਅਸੀਂ ਦੇਖਦੇ ਹਾਂ ਮਨੁੱਖ ਜਿਹੜਾ ਇਨਸਾਨ ਆ ਉਹਦੇ ਵਿੱਚ ਇੱਕ ਸੁਭਾਅ ਆ, ਇੱਕ ਤਮੰਨਾ ਵਾ। ਉਹ ਕੀ ਹੈ? ਮਨੁੱਖ ਦੇ ਸੁਭਾਅ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਗਿਆਨ ਹਾਸਲ ਕਰਨ ਦੀ ਤਮੰਨਾ ਬਹੁਤ ਹੈ, ਪਰ ਜਿੰਨਾ ਗਿਆਨ ਉਸ ਨੂੰ ਹੋਣਾ ਚਾਹੀਦਾ ਹੈ ਅਤੇ ਜਿੰਨਾ ਉਹ ਚਾਹੁੰਦਾ ਹੈ ਅਸਲ ਵਿੱਚ ਉਨਾ ਗਿਆਨ ਉਸ ਨੂੰ ਹੈ ਨਹੀਂ। ਪ੍ਰਿਯੋ, ਤੁਸੀਂ ਸੰਸਾਰ ਦੇ ਕਿਸੇ ਵੀ ਕੋਨੇ 'ਚ ਚਲ ਜਾਓ, ਛੋਟੇ ਬੱਚੇ ਹੀ ਅੱਜ ਤੁਸੀਂ ਉਹਨਾਂ ਨੂੰ ਵੇਖੋਗੇ ਤਾਂ ਉਹ ਗਿਆਨ ਦੀਆਂ ਗੱਲਾਂ ਕਰਦੇ ਨੇ। ਕਈ ਵਾਰ ਅਸੀਂ ਉਹਨਾਂ ਦੇ ਸਵਾਲਾਂ ਦਾ ਜਵਾਬ ਵੀ ਨਹੀਂ ਦੇ ਪਾਉਂਦੇ ਹੈਗੇ। ਇੱਥੋਂ ਪਤਾ ਲੱਗਦਾ ਹੈ ਕਿ ਮਨੁੱਖ ਦੇ ਸੁਭਾਅ ਦੇ ਅੰਦਰ ਹੀ ਗਿਆਨ ਨੂੰ ਹਾਸਲ ਕਰਨ ਦੀ ਬੜੀ ਤਮੰਨਾ ਰਹੀ ਹੈ। ਪ੍ਰਿਯੋ, ਇਸ ਤੋਂ ਪਤਾ ਲੱਗਦਾ ਹੈ ਕਿ ਕੋਈ ਹੈ ਜੋ ਗਿਆਨ ਦੇ ਰਿਹਾ ਹੈ ਅਤੇ ਬਖਸ਼ ਰਿਹਾ ਹੈ। ਆਓ ਅਸੀਂ ਆਪਣੇ ਇਸ ਵਿਸ਼ੇ ਨੂੰ ਅੱਗੇ ਵਧਾਉਂਦੇ ਹਾਂ। ਸਰਬ ਗਿਆਨੀ ਪਰਮੇਸ਼ਰ। ਪ੍ਰਿਯੋ, ਵਚਨ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇੱਕ ਆਇਤ ਨੂੰ ਪੜਾਂਗੇ। ਜ਼ਬੂਰਾਂ ਦੀ ਕਿਤਾਬ ਉਹਦਾ 147 ਅਧਿਆਇ ਉਹਦੀ 5 ਆਇਤ ਵਿੱਚ ਰਾਜਾ ਦਾਊਦ ਜਦ ਜ਼ਬੂਰ ਲਿਖਦਾ ਹੈ ਅਤੇ ਉਹ ਪਰਮੇਸ਼ਰ ਬਾਰੇ ਕੀ ਆਖਦਾ ਹੈ। ਲਿਖਿਆ ਹੈ, ਸਾਡਾ ਪ੍ਰਭੂ ਮਹਾਨ ਹੈ ਅਤੇ ਬਹੁਤ ਸਰਬ ਸ਼ਕਤੀਮਾਨ ਹੈ। ਜਿੱਦਾਂ ਉਹ ਮਹਾਨ ਹੈਗਾ ਪਰਮੇਸ਼ਰ, ਅਤ ਸਾਮਰਥੀ ਹੈ ਅਤੇ ਉਸ ਵਿੱਚ ਜੋ ਬੁੱਧੀ ਜੋ ਗਿਆਨ ਪਾਇਆ ਜਾਂਦਾ ਉਹ ਅਥਾਹ ਹੈ। ਅੰਗਰੇਜ਼ੀ ਵਿੱਚ ਕਹਿੰਦਾ he understand everything, ਯਾਨੀ ਪਰਮੇਸ਼ਰ ਨੂੰ ਸਭ ਕੁਝ ਪਤਾ ਵਾ। ਇਹ ਨਹੀਂ ਕਿ ਉਹਨੂੰ ਕੁਝ ਕੁ ਪਤਾ ਵਾ, ਬਲਕਿ ਸਭ ਕੁਝ ਪਤਾ ਹੈ। ਔਰ ਇੱਕ ਇੰਗਲਿਸ਼ ਦੇ ਅਨੁਵਾਦ ਵਿੱਚ ਲਿਖਿਆ ਹੈ no limit, ਯਾਨੀ ਉਹਦੀ ਬੁੱਧੀ ਦੀ ਕੋਈ ਲਿਮਟ ਨਹੀਂ ਹੈਗੀ। ਸੋ ਇਸ ਨੂੰ ਹੀ ਸਰਬ ਗਿਆਨੀ ਪਰਮੇਸ਼ਰ ਕਿਹਾ ਜਾਂਦਾ ਹੈ। ਸੋ ਜੇ ਉਹ ਸਰਬ ਗਿਆਨੀ ਪਰਮੇਸ਼ਰ ਹੈ ਤੇ ਉਹਦੇ ਵਿੱਚ ਇੱਕ ਸੁਭਾਅ, ਇੱਕ ਗੁਣ ਹੋਰ ਹੈ, ਉਹ ਸਾਡੇ ਵਿਚਾਰਾਂ ਨੂੰ ਵੀ ਜਾਣਦਾ ਹੈ। ਹਾਲੇਲੂਇਆ। ਸੋ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਪਰਮੇਸ਼ਰ ਜਿਹੜਾ ਵਾ, ਜੇ ਉਹ ਸਰਬ ਗਿਆਨੀ ਹੈ ਤੇ ਪ੍ਰਿਯੋ ਉਹ ਸਾਡੇ ਵਿਚਾਰਾਂ ਨੂੰ ਵੀ ਜਾਣਦਾ ਹੈ। ਆਓ ਅਸੀਂ ਪੜ੍ਹਦੇ ਹਾਂ ਜ਼ਬੂਰ 139 ਉਹਦੀ 1 ਤੋਂ 6। हे ਯਹੋਵਾ, ਤੂੰ ਮੈਨੂੰ ਪਰਖ ਲਿਆ ਤੇ ਜਾਣ ਲਿਆ। ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈ। ਤੂੰ ਮੇਰੇ ਵਿਚਾਰ ਨੂੰ ਦੂਰ ਹੀ ਤੋਂ ਸਮਝ ਲੈਂਦਾ ਹੈ। ਤੂੰ ਮੇਰੇ ਚੱਲਣ ਤੇ ਮੇਰੇ ਲੇਟਣ ਦੀ ਛਾਣਬੀਣ ਕਰਦਾ ਹੈ ਅਤੇ ਮੇਰੀਆਂ ਸਾਰੀਆਂ ਚਾਲਾਂ ਤੋਂ ਵਾਕਿਫ ਹੈ। ਮੇਰੀ ਜੀਭ ਉਤੇ ਇੱਕ ਗੱਲ ਵੀ ਨਹੀਂ। ਵੇਖ ਹੀ ਯਹੋਵਾ, ਤੂੰ ਉਹਨੂੰ ਪੂਰੇ ਤੌਰ ਨਾਲ ਜਾਣਦਾ ਹੈ। ਤੈਂ ਮੈਨੂੰ ਅੱਗੇ ਪਿੱਛੋਂ ਘੇਰ ਰੱਖਿਆ ਹੈ। ਤੈਂ ਆਪਣਾ ਹੱਥ ਮੇਰੇ ਉਤੇ ਧਰਿਆ ਹੈ। ਇਹ ਗਿਆਨ ਮੇਰੇ ਲਈ ਅਚਰਜ ਹੈ। ਉਹ ਉੱਚਾ ਹੈ, ਮੈਂ ਉਹਦੇ ਯੋਗ ਨਹੀਂ। ਪ੍ਰਿਯ, ਦਾਊਦ ਜਦ ਪਰਮੇਸ਼ਰ ਦੀ ਸਰਬ ਗਿਆਨੀ ਸਾਮਰਥ ਨੂੰ ਸਮਝਦਾ ਹੈ ਕਿ ਪਰਮੇਸ਼ਰ ਸਭ ਕੁਝ ਜਾਣਦਾ ਹੈ ਤੇ ਉਹ ਇਸ ਪ੍ਰਕਾਰ ਪਰਮੇਸ਼ਰ ਦੀ ਮਹਿਮਾ ਵਿੱਚ ਕਹਿੰਦਾ ਹੈ ਕਿ ਪਰਮੇਸ਼ਰ ਮੇਰਾ ਬੈਠਣਾ ਉੱਠਣਾ ਸਭ ਕੁਝ ਜਾਣਦਾ ਹੈ। ਔਰ ਸਭ ਤੋਂ ਗੌਰ ਕਰਨ ਵਾਲੀ ਆਇਤ 4 ਆਇਤ ਵਿੱਚ ਲਿਖਿਆ ਹੈ, ਮੇਰੀ ਜੀਭ ਉਤੇ ਇੱਕ ਗੱਲ ਪੂਰੇ ਤੌਰ ਤੇ ਨਹੀਂ ਹੁੰਦੀ, ਪਰੰਤੂ ਪਰਮੇਸ਼ਰ ਪੂਰੇ ਤੌਰ ਤੇ ਉਸ ਨੂੰ ਸਮਝ ਲੈਂਦਾ ਹੈ। ਇਹ ਹੈ ਪਰਮੇਸ਼ਰ ਦਾ ਸਰਬ ਗਿਆਨੀ ਹੋਣਾ, ਯਾਨੀ ਉਹ ਮਨੁੱਖ ਦੇ ਵਿਚਾਰਾਂ ਨੂੰ ਪੂਰੀ ਤਰੀਕੇ ਨਾਲ ਸਮਝ ਲੈਂਦਾ ਹੈ। ਪ੍ਰਿਯ, ਜੇ ਅਸੀਂ ਕੁਝ ਉਦਾਹਰਨਾਂ ਦੇਖੀਏ ਤਾਂ ਅਸੀਂ ਦੇਖ ਸਕਦੇ ਹਾਂ, ਜਿਸ ਤਰ੍ਹਾਂ ਅਸੀਂ ਇਸ ਨੂੰ ਪਹਿਲਾ ਸੈਮੂਅਲ 16 ਅਧਿਆਇ ਉਹਦੀ 7 ਆਇਤ ਵਿੱਚ ਦੇਖਦੇ ਹਾਂ। ਉਹਦੇ ਮਨ ਦੇ ਵਿਚਾਰਾਂ ਦੇ ਉੱਤੇ ਜਦੋਂ ਅਸੀਂ ਪਹਿਲਾ ਸੈਮੂਅਲ ਦੇਖਦੇ ਹਾਂ, ਇਹ ਵਾਰਤਾ ਉਦੋਂ ਦੀ ਹੈ ਜਦੋਂ ਸੈਮੂਅਲ ਨਬੀ ਦਾਊਦ ਦਾ ਅਭਿਸ਼ੇਕ ਕਰਨ ਲਈ ਜਾ ਰਿਹਾ ਹੈ ਅਤੇ ਅਭਿਸ਼ੇਕ ਕਰਕੇ ਉਸ ਜਗ੍ਹਾ ਤੇ ਪਹੁੰਚ ਜਾਂਦਾ ਹੈ। ਤੇ ਪ੍ਰਿਯੋ, ਉਹਦੇ ਵਿੱਚ ਇੱਕ ਵਚਨ ਹੈ ਜੋ ਬਹੁਤ ਅੱਛਾ ਹੈ। ਪਹਿਲਾ ਸੈਮੂਅਲ 16 ਅਧਿਆਇ ਜੋ 7 ਆਇਤ ਵਿੱਚ ਲਿਖਿਆ ਹੈ। ਕੀ ਹੋਇਆ? ਅਜਿਹਾ ਹੋਇਆ 6 ਆਇਤ ਵਿੱਚ ਲਿਖਿਆ ਹੈ, ਉਹ ਆਇਆ, ਉਸਨੇ ਅਲੀਆਬ ਨੂੰ ਵੇਖਿਆ ਅਤੇ ਬੋਲਿਆ, ਠੀਕ ਯਹੋਵਾ ਦੇ ਅੱਗੇ ਇਹ ਉਹਦਾ ਮਸੀਹ ਯਾਨੀ ਰਾਜਾ ਹੈ।
यानी सैमुअल नबी ने जब दाऊद के बड़े भरा अलीहाब को वेख्या अते उसने बोलिया कि परमेश्वर ने इसनूं ही राजा होने लिए चुनिया है। परंतु हुण परमेश्वर का वचन सुनो, लिखा है पर यहोवा ने सैमुअल नबी को आख्या ओदे मुंह ते अते ओदी जबान वल ना वेख, क्यों जो ओनू मैं नहीं मन्निया। यहोवा जो मनुख वांग नहीं वेखदा, मनुख तां बाहरला रूप देखदा है पर यहोवा मन नूं देखदा है। सो इसलिए इसे टाइटल लिखा सी वो साडे विचारां नूं यानी साडे मन नूं पूरे तौर पे जानदा है। इसलिए बहुत सारे उदाहरण ने पर मैं तुहानूं समझाना चाहना कि परमेश्वर सर्वज्ञानी किस प्रकार है। आओ ऐसे इस अपने विषय नूं अगे बढ़ाते हैं। हुण जद परमेश्वर सर्वज्ञानी है ते सवाल ये आंदा है कि उसनूं पूर्व ज्ञान ते भविष्य ज्ञान है। पूर्व ज्ञान जो बीत्या होया, भविष्य ज्ञान जो आने वाला है, वर्तमान का फिर उसनूं होएगा ही। सो आओ इस ते एक नजर करते हैं। ਜਦੋਂ ਅਸੀਂ ਪਵਿੱਤਰ ਬਾਈਬਲ ਵਿੱਚੋਂ ਪਰਮੇਸ਼ਰ ਦੇ ਸਰਵਗਿਆਨੀ ਹੋਣ ਨੂੰ ਸਮਝਦੇ ਹਾਂ ਤਦ ਸਾਨੂੰ ਪਰਮੇਸ਼ਰ ਦੇ ਪੂਰਵ ਗਿਆਨ ਅਤੇ ਭਵਿੱਖ ਗਿਆਨ ਹੋਣ ਦਾ ਵੀ ਪਤਾ ਲੱਗਦਾ ਹੈ। ਉਦਾਹਰਨ ਦੇ ਤੌਰ ਤੇ ਸਭ ਤੋਂ ਬਹੁਤ ਵਧੀਆ ਉਦਾਹਰਨ ਜਿਹੜੀ ਮੈਨੂੰ ਬਾਈਬਲ ਦੇ ਵਿੱਚੋਂ ਲੱਭੀ ਔਰ ਸਭ ਦਾ ਪ੍ਰਸ਼ਨ ਵੀ ਹੁੰਦਾ ਹੈ ਉਹ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ। ਤੁਸੀਂ ਪੜ੍ਹ ਰਹੇ ਹੋ ਸਕਰੀਨ ਤੇ ਲਿਖਿਆ ਹੈ ਆਓ ਅਸੀਂ ਬਾਗੇ ਅਦਨ ਵਿੱਚ ਇਸ ਨੂੰ ਸਮਝੀ। यानी बाग अदन दे विच इस गल नूं समझना है किहड़ी गल कि परमेश्वर नूं पूर्व ज्ञान है भविष्य ज्ञान है कि नहीं। सादा हुंदा वा कि परमेश्वर ने फल लगाया ते कि परमेश्वर नूं पता सी कि आदम फल खाएगा। सो आओ प्रियो इस नूं असीं समझीए। जे असीं परमेश्वर नूं सर्व ज्ञानी कहने आ ते फिर भी मामूली गल्लां तैनूं पता होना चाहिए है। तीन प्रश्न ने इस विच जो तुसीं स्क्रीन ते देख रहे हो की होया बाग अदन दे विच की घटना हुई कि ये परमेश्वर को पता सी। इसका जवाब है हाँ उसनूं पता सी। फल खादा जाना, फल दा खादा जाना ये परमेश्वर को पता सी कि आदम ते हवा फल खा चुके आ। नंबर 2 की होवेगा हुण फल खा लिया ओहदा नतीजा की होवेगा। फल खाना की होवेगा तुसीं सब और मैं परमेश्वर के वचन जानते हाँ कि उन्होंने परमेश्वर की आज्ञा तोड़ दी और बाग अदन तो बाहर हो गई। यानी उन्होंने एक मृत्यु हुई जो परमेश्वर तो जुदाई जिन्होंने आत्मिक मौत कहते हैं इंसान की, जो अज भी संसार भर में कई लोगों की परमेश्वर ना आत्मिक मौत है। तीसरी गल हुण जब परमेश्वर को पता वा फल खा चुके आ उन्होंने आ नुकसान हो चुका वा मेरे तो दूर हो चुके आ। तीसरा है भविष्य ज्ञान। परमेश्वर यानी परमेश्वर की करेगा हुण जब परमेश्वर को पता वा तो की करेगा। आत्मिक दूरी जो फल खान दे नाल आई है ओदा इंतजाम करना। प्रियो की करना आत्मिक दूरी जो फल खान के कारण आई सी ओदा इंतजाम करना। और सब जानते हैं ओदा इंतजाम प्रभु यीशु मसीह के द्वारा होया। आओ इसी वचना चो कुछ देखांगे। यशायाह नबी की किताब जब असीं ओदा 42 अध्याय पढ़ते हैं तो 9 आयत विच ओदे पूर्व ज्ञान होने ते भविष्य ज्ञान दे होने दे बारे लिखा होया है। सो इस प्रकार नबी लिखदा है 42 अध्याय ओदी 9 आयत। सो की लिखा है देखो पहलियां गल्लां जांदियां रहियां अते नवीं गल्लां मैं दसदा हां उन्हां दे प्रकाश होण तो पहलां मैं तुहानूं सुणांदा हां। इत्थे परमेश्वर की दसदा है वो गल्लां हजे अस्तित्व दे विच नहीं आईयां। परमेश्वर कहता मैं पहला ही तुहानूं दस रहा हां। इहनूं कहंदे आ परमेश्वर ने उहदा भविष्य ज्ञान कि परमेश्वर ने जद उहदा इंतजाम किस तरह करना सी। दूसरी जिहड़ा हवाला असीं पढ़ांगे और रसूलां दे काम ओदा 2 अध्याय पढ़ांगे ओदी 23 आयत विच लिखिया है उसे नूं परमेश्वर ने काल दे बंधन खोल के जवालिया क्यों जो ये अनहोना सी कि वो ओदे बस विच रहे। यानी यीशु मसीह के हक च कहा जाता 24 आयत। हुण 23 आयत पढ़ांगे उसे नूं जद परमेश्वर की ठहराई हुई मत अते अगम ज्ञान के अनुसार हवाले किया गया तुसां बुरियां दे हत्थी सलीब दे के मरवा दिता। यानी परमेश्वर इत्थे जदों पतरस प्रचार कर रहे आत्मा नाल भर के वो दस रहा परमेश्वर के पूर्व ज्ञान होने दे लई कि ये जिहड़ी घटना यीशु मसीह दे नाल हुई आ यरूशलेम दे विच जो घटी है ये कोई अचनचेत नहीं हुई। हुणी हुणी परमेश्वर ने नहीं कोई प्लैनिंग बनाई बल्कि परमेश्वर के पूर्व ज्ञान अते भविष्य ज्ञान दे विच ये सब कुछ छिपिया होया सी जो सानू समय आन ते दस्या गया। इसलिए पतरस आत्मा दे विच बोलदा है परमेश्वर ने पहला तो अगम ज्ञान दे
अनुसार अपनी बुद्ध के अगम ज्ञान के अनुसार ठहराया हुआ सी कि मसीह आएगा तो किस तरह उहदे नाल कीता जाएगा। और यही पतरस अपनी पत्री दे विच इस प्रकार इसनूं आखदा है। जो पहला पतरस उहदा 1 अध्याय ते 2 आयत नूं पढ़दे हां, लिखिया है जेड़े पिता परमेश्वर के अगेतर ज्ञान यानी भविख ज्ञान के अनुसार आत्मा तो पवित्र होने नाल चुने हुए हैं, भाई आज्ञाकार होन अते यीशु मसीह दा लहू उन्हां ते छिड़किया जावे, तुहाडे लई किरपा ते शांति वध तो वध हुंदी जावे। इत्थे साफ पतरस आखदा है कि परमेश्वर के अगेतर ज्ञान के अनुसार आत्मा तो पवित्र होने लई तुहानूं और मनु उन्हें मैनू चुनिया है। प्रियो इत्थों सानू समझ लगदी है कि परमेश्वर नूं पूर्व अते भविख ज्ञान की पूरी नॉलेज है। आओ हुण कुछ गल्लां नूं देखदे हां। जो असीं सर्व ज्ञानी उत्ते अध्ययन करते हैं कि परमेश्वर सर्व ज्ञानी है, जिस शब्द की असीं व्याख्या करते हैं, जिसनूं समझण की कोशिश करते हैं, तो सवाल आंदा है जो आप हल कर चुके हैं, पर मैं तुहाडे अगे फिर लेके आना सवाल, भला परमेश्वर नूं सचमुच सब कुछ पता हुंदा है? इंसान बहुत चलाक है, वो फिर की सवाल करता वा, अच्छा जी परमेश्वर सर्व ज्ञानी आ ते परमेश्वर सब कुछ पता वा? हाँ, इसका जवाब है आएगा हाँ जी, परमेश्वर को सब कुछ पता है। क्यों प्रियो? ध्यान नाल सुनियो ते ध्यान नाल पढ़ियो। जेकर इस तरह नहीं तब परमेश्वर लिए यही गल खतरनाक साबित हो सकती है। ध्यान नाल सुनियो, मैं तुहानूं की कहना चाहना हूं, जेकर इस तरह नहीं तब परमेश्वर लिए यही गल खतरनाक साबित हो सकती है, जिसका नतीजा यह होगा कि फिर वो परमेश्वर ही नहीं हो सकता। प्रियो, जो असीं कहते हैं कि उन्हें सब कुछ पता वा, जे उन्हें एक भी गल नहीं पता ना, तो इसका मतलब परमेश्वर नहीं हैगा। अगे बहुत साधारण शब्दों में, जदों कोई इंसान सानू कहानी सुनाता है तो असीं उसनूं पुछदे हां तैनूं किवें पता लग्या? तो उसका जवाब की हुंदा वा? अक्सर मैं उत्थे सी, है ना, बड़े सिंपल शब्दों के विच कहंदा वा। ते प्रियो, यही गल परमेश्वर ली है। ताही मैं तुहानूं कहा सी परमेश्वर का सर्वव्यापी होना, उसका जिहड़ा निचोड़ आ वो सर्वज्ञानी होने दे नाल ताल्लुक रखता है। असीं जो देख रहे हैं परमेश्वर के गुणां दे उत्ते असीं चर्चा कर रहे हैं, परमेश्वर के सुभाव के उत्ते चर्चा कर रहे हैं। हौसला रखियो, अगे 8-10 वीडियो होर इदां दी आणियां वा जिन्हां नाल तुसीं परमेश्वर नूं होर अच्छे तरीके नाल समझ सकोगे। की लिखदा है? परमेश्वर के हर थां होण ते कारण उसनूं सब कुछ पता हुंदा है। प्रियो, असीं नहीं कह सकते कि परमेश्वर नूं ये गल नहीं पता सी। प्रियो, परमेश्वर नूं सब कुछ पता हुंदा है। हुण एक सवाल जो सारे दे दिमाग 'च खड़कदा है, जे परमेश्वर नूं सब कुछ पता हुंदा है, सब कुछ उत्थे ही हुंदा है कि सब कुछ उसदी मर्जी नाल हुंदा है? प्रियो, दा जवाब देण लई सानूं बाइबल नूं अते आत्मा दे विच मैच्योर होने की जरूरत है, क्योंकि इसका जवाब अगर असीं यकदम देवांगे तो इसका अर्थ होर तरीके नाल लै लिया जाएगा। मैं उम्मीद करता हाँ इस वीडियो के द्वारा परमेश्वर का आशीष किया है। अगली वीडियो लिए तुसीं तैयार रहो और प्रार्थना करो कि परमेश्वर तुहाडे सारिआं नाल गलबात करे। सारिआं नूं जय मसीह।